अस्सलाम वालेकुम जी, कैसे हैं आप सब? मैं ठीक, शुक्र अल्हम्दुलिल्लाह। दुआ करती हूँ आप भी माशाल्लाह ठीक-ठाक रहें, खुश रहें। चलें जी बिस्मिल्लाह करते हैं, अपनी वीडियो का करती हूँ आगाज़। नाश्ता बना रही हूँ, एक पराठा मेरे मियाँ जी का है और साथ मसूर की दाल, साथ चाय है, तो इसका करूँगी मैं नाश्ता। ਅੱਜ ਨਾ ਮੇਰੀ ਵੀਡੀਓ ਸਾਰੇ ਉਹਨਾਂ ਸਵਾਲਾਂ ਦੇ ਉੱਤੇ ਜਿਹੜੇ ਪਰਸੋਂ ਦਾ ਮੇਰੇ ਟਿਕ 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 ਠਾ 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 ਮੈਸੇਜ ਡੀਐਮ ਕਿਹੜੀ ਐਸੀ ਜਗ੍ਹਾ ਜਿੱਥੇ ਮੈਨੂੰ ਨਹੀਂ ਆਉਂਦੇ ਸਵਾਲ ਔਰ ਤਕਰੀਬਨ ਇਹ ਸਾਰੇ ਮੈਂ ਕੁਛ ਸਕਰੀਨਸ਼ਾਟ ਕਰ ਕਰਕੇ ਨਾਲ ਨਾਲ ਤੁਹਾਡੇ ਨਾਲ ਸਵਾਲਾਂ ਦੇ ਜਵਾਬ ਦੇਵਾਂਗੀ। ਨਾਲ ਨਾਲ ਤੁਸੀਂ ਮੇਰੀ ਵੀਡੀਓ ਵੇਖਦੇ ਜਾਓ, ਮੈਂ ਤੁਹਾਨੂੰ ਥੋੜ੍ਹੇ ਜਿਹੇ 4-5 ਸਬੂਤ ਵਿਖਾ ਛੜੇ ਨੇ ਕਿਉਂਕਿ ਇੰਨੇ ਕੁ ਸਵਾਲ ਆ ਗਏ ਨੇ ਤੇ ਬੇਸਿਕ ਉਹੀ ਇੱਕ ਸਵਾਲ 10 ਵਾਰੀ ਗਏ। ਜਿਹੜੇ ਸਵਾਲ ਉਹ ਸਾਰੇ ਕਾਮਨ ਨੇ, ਕੋਈ ਐਸਾ ਐਕਸਟਰਾ ਸਵਾਲ ਨਹੀਂ ਕਿ ਮੈਂ ਉਹਨੂੰ ਐਡ ਨਾ ਕਰਾਂ। ਸਾਰੇ ਸੇਮ ਸਵਾਲ ਨੇ, ਸੇਮ ਹੀ ਮੈਂ ਜਵਾਬ ਦੇਵਾਂਗੀ। ਫਿਲਹਾਲ ਇੱਥੇ ਥੀਮੋ ਦਾ ਆਇਆ ਸੀ ਪਾਰਸਲ, ਇਹ ਮੈਂ ਔਰਗਨਾਈਜ਼ਰ ਮੰਗਵਾਏ ਨੇ ਕੱਪੜੇ ਛੱਪੜੇ ਰੱਖਣ ਲਈ। ਮੈਂ ਜਦੋਂ ਸੈੱਟ ਕਰਾਂਗੀ ਤਾਂ ਨਾਲ ਸ਼ੇਅਰ ਕਰਾਂਗੀ। ਫਿਲਹਾਲ ਨਾ ਮੈਨੂੰ ਇੰਨਾ ਹਾਸਾ ਹੈ, ਮੈਂ ਸਕੂਲ ਲਈ ਨਾ ਇਹਦੀ ਪਾਣੀ ਵਾਲੀ ਬੋਟਲ ਲਈ ਤੇ ਉਹ ਪਤਾ ਨਹੀਂ 2 किलो वाली निकल आए 2 लीटर वाली पानी की बोतल निकल। मैं इतना हासा, मैं क्या फ़ान ये आपके लिए कि आप जिम जाओ साथ के अंदर पानी लेके जाओ ना, ये स्कूल के लिए नहीं है। तो इतना हंस रहा था ना। तो खैर चीज़ें निकलती मैं आपको देखती जाती हूँ। सबसे पहले जो सवाल है मैं आपके साथ शेयर करती हूँ। ਅੱਛਾ ਜੀ, ਪਹਿਲਾ ਸਵਾਲ ਐਸਾ ਵੇ ਕਿ 4-5 ਸਵਾਲਾਂ ਦਾ ਇੱਕ ਟੈਕਸਟ ਮੈਨੂੰ ਬਣਾ ਕੇ ਨਾ ਤੇ ਸੈਂਡ ਕੀਤਾ ਗਿਆ ਵੇ ਤੇ ਇਹ ਟੈਕਸਟ ਤੁਸੀਂ ਪੜ੍ਹ ਲਵੋ ਤੇ ਮੈਂ ਇਹਦੇ ਉੱਤੇ ਨਾ ਇੱਕ ਇੱਕ ਕਰਕੇ ਤੇ ਮੈਂ ਆਨਸਰ ਦੇਣੀ ਆ। ਸਭ ਤੋਂ ਪਹਿਲੇ ਤੇ ਪਾਰਸਲ ਪਾਕਿਸਤਾਨ ਨੂੰ ਜਰਮਨੀ ਕਿੰਨੇ ਦਿਨ ਚ ਆਇਆ ਵੇ? ਠੀਕ ਹੈ, ਕਿੰਨੇ ਦਿਨ ਚ ਆਇਆ ਵੇ? ਇਹ ਤਕਰੀਬਨ 18 ਤੋਂ 19 ਦਿਨ ਲੱਗੇ ਨੇ ਪਾਕਿਸਤਾਨ ਨੂੰ ਪਾਰਸਲ ਜਰਮਨੀ। ਅੱਛਾ, ਸੈਕਿੰਡ ਸਵਾਲ ਆਂਦਾ ਵੇ ਕਿ ਜਰਮਨੀ ਡਾਇਰੈਕਟ ਪਾਰਸਲ ਆਂਦਾ? ਨਹੀਂ, ਯੂਕੇ ਤੋਂ ਹੋ ਕੇ ਆਂਦਾ ਵੇ, ਅਲੱਗ-ਅਲੱਗ ਕੰਟਰੀ ਚ ਹੋ ਕੇ ਆਂਦਾ। ਮੇਰਾ ਯੂਕੇ ਚ ਹੋ ਕੇ ਆ ਤੇ ਯੂਕੇ ਵਿੱਚ ਵੀ ਮੇਰਾ ਤਕਰੀਬਨ 8 ਦਿਨ ਪਾਰਸਲ ਉੱਥੇ ਪਿਆ ਰਿਹਾ ਸੀ। ਜਿਹੜਾ ਮੈਨੂੰ ਉਹਨਾਂ ਨੇ ਨੰਬਰ ਸ਼ੰਬਰ ਦਿੱਤਾ ਸੀ ਨਾ ਕੰਪਿਊਟਰ ਤੇ ਚੈੱਕ ਕਰਨ ਲਈ, ਤੇ ਉਹਦੇ ਮੈਂ ਦੌਰਾਨ ਵੇਖ ਵੇਖ ਕੇ ਸੱਚੀ ਅੱਖਾਂ ਥੱਕ ਗਈਆਂ ਸਨ ਤੇ ਉਹ ਮੇਰਾ ਤਕਰੀਬਨ 8 ਦਿਨ ਯੂਕੇ ਪਿਆ ਸੀ। ਦੂਸਰਾ ਸਵਾਲ ਮੈਂ ਵੇਖਨੇ ਫਿਰ ਮੈਂ ਵਾਪਸ ਆਉਂਦੀ ਹਾਂ। ਠਹਿਰੋ ਜ਼ਰਾ, ਰੁਕੋ ਇੱਥੇ, ਰੁਕੋ ਜ਼ਰਾ, ਰੁਕੋ। ਅੱਛਾ ਜੀ, ਅਗਲਾ ਸਵਾਲ ਹੈ ਕਿ ਪਾਕਿਸਤਾਨ ਨੂੰ ਪਾਰਸਲ ਕਿਹੜੀ ਪੋਸਟ ਵਿੱਚ ਆਇਆ ਵੇ? ਇਹ ਜਿਹੜਾ ਪਾਰਸਲ ਮੇਰਾ ਆਇਆ ਵੇ ਇਹ DHL, ਠੀਕ ਹੈ, ਮਸ਼ਹੂਰ ਤਰੀਨ ਪੋਸਟ ਵੇ। ਤੇ ਪਾਕਿਸਤਾਨ ਨੂੰ ਆਇਆ ਵੇ ਕਿੰਨੇ ਕੀ ਕਹਿੰਦੇ ਨੇ, ਹਾਂ ਕਿਹੜੀ ਪੋਸਟ ਤੋਂ, ਉਹ ਮੈਂ ਤੁਹਾਨੂੰ ਦੱਸ ਛੜਿਆ DHL। ਅਗਰ ਤੁਸੀਂ ਕਿਸੇ ਵੀ ਸ਼ਹਿਰ ਵਿੱਚ ਹੋ, ਕਿਸੇ ਵੀ ਮਤਲਬ ਸਿਟੀ ਵਿੱਚ ਹੋ, ਤੇ ਹਰ ਜਗ੍ਹਾ ਤੇ ਪੋਸਟ ਤੇ DHL ਦਾ ਆਫਿਸ ਜਾਂ ਪੋਸਟ ਆਫਿਸ ਤੋਂ ਹੁੰਦਾ ਹੀ ਹੁੰਦਾ ਵੇ। ਅੱਛਾ ਜੀ, ਅਗਲਾ ਸਵਾਲ ਇਹ ਵੇ ਕਿ ਜਦੋਂ ਤੁਸੀਂ ਪਾਰਸਲ ਇੱਥੇ ਤੁਹਾਡਾ ਆਇਆ ਸੀ ਤੁਹਾਨੂੰ टैक्स देना पिया वे? हाँ, मैंने टैक्स देना पिया है। मैंने वीडियो में शेयर किया था। उनकी ना DHL की एक दिन पहले ही मुझे SMS आ गई थी कि आपने 38 यूरो मुझे 2 पैकेट थे मेरे और 38 यूरो कुछ सेंट जो है ना उन्होंने मेरे से ली हैं। ਜਦੋਂ ਪਾਰਸਲ ਦੇਣ ਆਂਦਾ ਵੇ ਨਾ ਉਹ ਉਸੇ ਟਾਈਮ ਪੈਸੇ ਲੈਂਦਾ ਹੀ ਲੈਂਦਾ ਵੇ। ਇਹਦਾ ਇੱਕ ਦਿਨ SMS ਪਹਿਲੇ ਕਰਨ ਦਾ ਉਹਨਾਂ ਦਾ ਇਹ ਵਾਲਾ ਹੁੰਦਾ ਕਿ ਪੈਸੇ ਤੁਸੀਂ ਹੱਥ 'ਚ ਰੱਖਣੇ ਨੇ। ਇਹ ਨਹੀਂ ਕਿ ਤੁਹਾਨੂੰ ਪਾਰਸਲ ਦੇ ਦੇ ਕੇ ਤੇ ਤੁਸੀਂ ਬਾਅਦ 'ਚ ਜਾ ਕੇ ਤੇ ਪਾਰਸਲ ਦੇ ਪੈਸੇ ਭੇਜਣੇ ਨੇ। ਇੰਝ ਨਹੀਂ, ਪਾਰਸਲ ਤੁਹਾਨੂੰ ਦੇਣਾ ਹੀ ਨਹੀਂ ਉਹਨਾਂ ਨੇ ਜਿੰਨੀ ਦੇਰ ਤੁਸੀਂ ਉਹਨਾਂ ਦੇ ਬਾਏ ਹੈਂਡ ਪੈਸੇ ਉਹਨਾਂ ਦੇ ਹੱਥ ਵਿੱਚ ਨਾ ਫੜਾਏ। ਤੇ ਮੇਰੀ ਵੀਡੀਓ ਤੁਸੀਂ ਵੇਖਿਆ ਹੋਣਾ, ਮੈਂ ਪਹਿਲੇ ਪੈਸੇ ਦਿੱਤੇ ਜਾਂ ਪੀਜ਼ਾ ਡਿਲੀਵਰੀ ਲਈ ਆਉਂਦੇ, ਪੀਜ਼ਾ ਤੁਹਾਨੂੰ ਦੇਣ ਦੇ ਨਾਲ ਹੀ ਪੈਸੇ ਲੈਂਦੇ ਨੇ, ਸਮਝੋ ਇੰਝ ਹੀ ਹੈ। ਤੇ ਪੈਸੇ ਤੁਹਾਨੂੰ ਹੱਥ 'ਚ ਰੱਖਣੇ ਪੈਂਦੇ ਨੇ। ਕਿੰਨੇ ਪੈਸੇ ਦੇਣੇ ਪੈਂਦੇ ਨੇ ਉਹ ਪਹਿਲੇ ਪਤਾ ਲੱਗ ਜਾਂਦਾ? ਨਹੀਂ, ਕੋਈ ਪਤਾ ਨਹੀਂ ਹੁੰਦਾ। ਉਹਨਾਂ ਦੀ ਆਪਣੀ ਇਹੀ ਮਸਲਾ ਵੇ ਕਿ ਉਹ ਦੱਸਦੇ ਹੀ ਨਹੀਂ ਹੈ ਕੁਛ ਕਿ ਇੰਨੇ ਕਿਲੋ ਦਾ ਪਾਰਸਲ ਅਗਰ ਹੋਏਗਾ ਤਾਂ ਤੁਹਾਨੂੰ ਇੰਨੇ ਪੈਸੇ ਦੇਣੇ ਪੈਣਗੇ। ਨਹੀਂ, ਉਹ ਇੱਕਦਮ ਹੀ ਠਾਹ ਕਰਕੇ SMS ਘੱਲ ਛੱਡਦੇ ਨੇ। ਥੋੜ੍ਹਾ ਅੰਦਾਜ਼ਾ ਹੋ ਜਾਵੇ ਨਾ ਕਿ ਭਈਆ ਇੰਨੇ 10 ਜਾਂ 12 ਕਿਲੋ ਦਾ ਪਾਰਸਲ ਆਏਗਾ ਤੇ ਇੰਨੇ ਪੈਸੇ ਟੈਕਸ ਦੇਣਾ ਪਏਗਾ। ਨਹੀਂ, ਤੇ ਇਹ ਬਸ ਤੁਹਾਡੀ ਇੱਕ ਕਿਸਮਤ ਪੁੜੀ ਵਾਂਗੂ, ਅਗਰ ਤੇ ਤੁਹਾਡੀ ਕਿਸਮਤ ਚੰਗੀ ਤੇ ਤੁਹਾਨੂੰ ਕੋ ਥੋੜ੍ਹੇ ਪੈਸੇ ਪੈ ਜਾਣਗੇ। ਨਾਰਮਲ ਮੈਂ ਲਾਸਟ ਪਿਛਲੇ ਸਾਲ ਮੇਰਾ ਪਾਰਸਲ ਜਿਹੜਾ ਆਇਆ ਸੀ ਉਦੋਂ ਮੈਂ 129 ਯੂਰੋ ਦਿੱਤੇ ਸਨ ਤੇ ਮੇਰੇ ਹੁਣ ਵੀ ਇਸ ਟਾਈਮ ਇਹੀ ਠੱਕ ਠੱਕ ਵੱਜਦੀ ਸੀ ਕਿ ਪਤਾ ਨਹੀਂ ਕਿੰਨੇ ਠੁੱਕਣੇ ਨੇ, ਪਰ ਥੋੜ੍ਹੇ ਠੁੱਕੇ ਨੇ, ਸ਼ੁਕਰ ਹੈ ਬੱਚਤ ਰਹਿ ਗਈ ਹੈ। ਤੇ ਇਹ ਤੁਸੀਂ ਮਾਈਂਡ 'ਚ ਕੱਢ ਦੋ ਕਿ ਤੁਹਾਡੇ ਕੋਲ ਪੈਸੇ ਨਹੀਂ ਲੱਗਣੇ, ਪੈਸੇ ਲੱਗਦੇ ਹੀ ਲੱਗਦੇ ਨੇ। ਅਗਲਾ ਸਵਾਲ ਹੈ ਕਿ ਇਹ ਮਹਿੰਗਾ ਹੈ ਪਾਰਸਲ ਪੈਣਾ ਜਾਂ ਪਾਰਸਲ ਜਦੋਂ ਤੁਸੀਂ ਮੰਗਵਾਉਂਦੇ ਹੋ ਤਾਂ ਮਹਿੰਗਾ ਪੈਂਦਾ ਸਸਤਾ ਪੈਂਦਾ? ਮਹਿੰਗਾ ਤਾਂ ਪੈਂਦਾ ਹੀ ਪੈਂਦਾ ਵੇ। ਜਦੋਂ ਤੁਸੀਂ ਚੀਜ਼ਾਂ ਉੱਥੋਂ ਖਰੀਦ ਲੈਂਦੇ ਹੋ ਨਾ, ਪਹਿਲੇ ਜਦੋਂ ਮੈਂ ਪਾਰਸਲ ਮੰਗਵਾਉਂਦੀ ਸਭ ਬਹੁਤ ਸਸਤਾ ਹੁੰਦਾ ਸੀ। ਹੁਣ ਜਿਹੜਾ ਚਾਰਜਸ ਪਾਕਿਸਤਾਨ ਦੇ ਹੁੰਦੇ ਨਾ ਪਾਰਸਲ ਦੇ, ਉਹ ਇਹ ਵੇ। ਮੇਰਾ ਜਿਹੜਾ ਪਾਰਸਲ ਪਿਆ, ਮੈਨੂੰ ਨਹੀਂ ਪਤਾ ਦੂਸਰੇ ਕਿਸੇ ਦਾ ਹੋਰ ਕਹਿੰਦੇ ਪਿਆ ਵੇ ਕਹਿੰਦੇ ਨੇ, ਮੇਰਾ ਜਿਹੜਾ ਪਾਰਸਲ ਪਿਆ ਸੀ ਉਹਦੀ ਇਹ ਡਿਟੇਲ ਵੇ। ਅਗਰ ਤੁਸੀਂ 20 ਕਿਲੋ ਦੇ ਥੱਲੇ ਮਤਲਬ ਮੰਗਵਾਉਂਦੇ ਹੋ ਪਾਰਸਲ, 16 17 10 12 2 4 20 किलो ਦੇ मतलब थल्ले थल्ले अगर ਤੁਹਾਡਾ पार्सल है ना तो उसके ये होता है कि पहला केजी जो है ना उसके पड़ते हैं आपको 15,000, 15 से 16,000 उन्होंने मांगे थे। तो बाकी जो केजी है 19 केजी वो नॉर्मल 2200 2300 2400 पर केजी पड़ेंगे आपको। अगर तो आपका 20 किलो से ऊपर पार्सल है, 20,1 भी हो गया है, तो फिर आपके सारे केजी सेम प्राइस में जाएंगे, मतलब 2200 2300 पर केजी पड़ेगा। ठीक है,
तो ये वाला जो सवाल है ना कितने का पड़ा है, मुझे लगता है अब डिटेल के साथ मुझे समझ आपको बता दिया है, समझ आ गई होगी। अब प्राइवेट ना पूछना, वीडियो बार बार देख लेना, क्योंकि बड़ा मुश्किल होता है। मेरा दिल नहीं करता कि मैं किसी को आंसर ना दूँ, और बाज़ वक़्त इतनी बिजी होती है कि मैं आंसर नहीं दे सकती। तो इस ਲਈ ਤੁਸੀਂ ਵੀਡੀਓ 'ਚ ਜ਼ਰੂਰ ਧਿਆਨ ਨਾਲ ਸੁਣ ਲਿਓ, ਨਾ ਸਮਝੋ ਦੂਜੀ ਵਾਰ ਫੇਰ ਸੁਣ ਲਿਓ ਕਿ 20 ਕਿਲੋ ਦਾ ਥੱਲੜਾ ਜਿਹੜਾ ਪਾਰਸਲ ਹੋਏਗਾ ਉਹਦੇ ਪਹਿਲੇ ਕਿਲੋ ਦੇ 15,000, ਬਾਕੀ ਕਿਲੋ ਦੇ 2200-2300 ਪਰ ਕੇਜੀ। ਅਗਰ ਤੁਹਾਡਾ 20 ਕਿਲੋ ਦੇ ਉੱਤੇ 1 ਵੀ ਗ੍ਰਾਮ ਵੱਧ ਹੋ ਗਿਆ ਵੇ ਤੇ ਤੁਹਾਡੇ ਸਾਰੇ ਕੇਜੀ ਜਿਹੜੇ ਨਾ ਉਹ ਬਰਾਬਰ ਪ੍ਰਾਈਸ ਤੇ ਜਾਣਗੇ, ਮਤਲਬ 2200-2300 ਜਿਹੜਾ ਵੀ ਉਹਨਾਂ ਦਾ ਰੇਟ ਹੁੰਦਾ ਹੈ। ਠੀਕ ਹੈ, ਮੇਰੇ ਖਿਆਲ ਵਿੱਚ ਮੈਂ ਬੜੀ ਤਫਸੀਲ ਦੇ ਨਾਲ ਹੈ ਪਾਰਸਲ ਦੀ ਪ੍ਰਾਈਸ ਦੱਸ ਛੜੀਏ, ਕਿੰਨੇ ਤਰੀਕਾਂ 'ਚ ਪਹੁੰਚਦਾ ਵੇ, ਕਿੰਨੇ ਟਾਈਮ ਦੇ ਮਤਲਬ ਪਹੁੰਚਦਾ ਵੇ, ਇੱਥੇ ਜਦੋਂ ਪਹੁੰਚਦਾ ਤੇ ਕਿੰਨਾ ਟੈਕਸ ਦੇਣਾ ਪੈਂਦਾ ਵੇ, ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਛੜਿਆ ਵੇ। ਮਹਿੰਗਾ ਵੇ, ਹਾਂ ਮਹਿੰਗਾ ਤੇ ਹੈ ਹੀ ਹੈ ਵੇ, ਤੇ ਤੁਸੀਂ ਜਦੋਂ ਕੀ ਕਹਿੰਦੇ ਨੇ ਜ਼ਰੂਰਤ ਪੈਂਦੀ ਹੈ ਤੇ ਫਿਰ ਮਹਿੰਗਾ ਕੀ ਤੇ ਸਸਤਾ ਕੀ, ਮਜਬੂਰੀ ਲਈ ਫਿਰ ਤੁਹਾਨੂੰ ਲੈਣੇ ਹੀ ਪੈਂਦੇ ਨੇ। ਇੱਕ ਅੱਧਾ ਸੂਟ ਤੇ ਇੱਥੇ ਮਿਲ ਜਾਂਦੇ ਨੇ, ਤੇ ਬਹੁਤ ਜ਼ਿਆਦਾ ਲੋਕ ਕੱਪੜੇ ਵੇਚਦੇ ਨੇ ਤੇ ਬਹੁਤ ਜ਼ਿਆਦਾ ਇੱਥੇ ਸਹੂਲਤ ਹੈ, ਪਹਿਲੇ ਦੀ ਨਿਸਬਤ ਬਹੁਤ ਸਹੂਲਤ है। अगर एमरजेंसी 'ਚ ਤੁਹਾਨੂੰ कुछ ज़रूरत पै गई है तो बहुत इतने लेडीज़ जो घर में काम करती हैं उनके पास कपड़े मिल जाते हैं। हाँ, लेकिन इतने नहीं आपको मिलेंगे कि बेटियों को भी मिल जाए, हर एज की बच्ची के भी मिल जाए, बाज़ का ज़रूरत होती है नहीं आपको मिलते। तो खैर ईदों के, शादियों के, गर्मियों के इतने ज़्यादा आप यहाँ पे महंगे पड़ते हैं। एक सूट भी लेने जाना तो काफ़ी महंगा पड़ता है। तो आपने इतने सारे कपड़े लेने हैं इतने प्रोग्राम के लिए, तो फिर आप कोशिश करें पाकिस्तान से मंगवा लें। मुझे ये इजी लगता है, जब से मैं आई हूँ मैं ऐसे ही कि मैं पार्सल ही मंगवाती हूँ। ना मैंने कभी किसी को कहा कि मेरा सूट ले आएगा, मेरा सूट ले जाएगा, ना मैंने इधर से किसी के हाथ को चीज़ भेजी है, ना मैंने उधर से कभी किसी को तंग किया, क्योंकि हर कोई टिकट लेके जाता है, ख़रीद के टिकट लेके जाता है, पैसे लगा के जाता है, तो वो सारी बात अपनी चीज़ें लेके आने का उसको होता है। ये नहीं कि आप इसका भी कपड़ा ले आए उसका भी ले आए, तो थोड़ा मुश्किल होता है। बंदे से ना नहीं होती, वो बेचारा ले तो आता है, ना भी नहीं करता, लेकिन वो फिर शर्म आती है ना, तो मैं नहीं कभी किसी को कहती। तो यही होता है कि अगर जाएँ तो खुद ले आएँ, अगर नहीं जा सकते तो फिर इतना तो बंदे को होना चाहिए कि अपने पैसे लगा के अपना पार्सल मंगवा ले। मैंने शुरू से ही पार्सल ही मंगवाए हैं ना। तो और अगर सवाल पढ़ के ना फिर मैं वापस आनी है। चले जी, सवाल सारे मेरे देखा ही हूँ, तकरीबन सारे सेम सवाल हैं। कितने में पड़ा है, कब आया है, कितना चार्जेस लगे हैं, यहाँ पे कितना टैक्स देना पड़ा है। मुझे लगे 4-5 सवाल जो बहुत ज़्यादा थे वो सारे मैंने डिटेल के साथ शेयर कर दिए हैं। तो सैकेंड जो मैं बहुत जरूरी है, कल मैं आफिया के कपड़े के बारे किया कि छोटी सी साढ़े घर पलवशा ये भी मारिया पी पाते हैं, क्योंकि पलवशा जो है ना आप सब जानते हैं उनको, वो कोई ऐसी पर्सनैलिटी नहीं है कि जो उनको नहीं जानते ना। तो मुझे बड़ी हंसी आती है, वो क्यूट सी हैं। ये भी मेरी भी किसी ने मुझे लिखा था कि आफिया को आपने पलवशा बोला ना, आफिया अपना वैसे लगने लग गई, तो वैसे ही है, प्यारी सी क्यूट सी, चुप रहने वाली, कभी बोलने वाली। तो खैर आफिया के कपड़े पसंद करन दा, मेरे कपड़े पसंद करन दा बहुत शुक्रिया। जिन्होंने पसंद किया वे उन्होंने बड़े अच्छे लगे ने। हजे मैं कुछ तुहानूं कपड़े वहाए ने शादी वाले, हुण शादी नैक्सट वीक शुरू हो जानी। वो पुछन कब शादी बस आई खलोती के। और मैं नाल तुहाडे शादी के कपड़े भी शेयर कर देंगी। बड़ा ही औखा लगदा जे कपड़े कट के वहाने, बड़ा ही औखा। तो कल मेरे मियाँ की तारीफ होई कि उन्हें बड़ी अच्छी वीडियो बनाई है, तो बड़ा अच्छा खावन इन्ने कपड़े वेखदा वे। अलहमदुल्ला कह रहा करो, तो दुआ करते रहा करो किसी की नज़र ना लगे। सही है। तो चलो जी, इतने मैनू तो वो इजाज़त, वापस आऊँगी कल। अल्लाह हाफिज़।